ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਆਸ ਕਰਦੇ ਸਾਰੇ ਠੀਕ ਹੋਵੋਗੇ। ਤਾਂ ਸਵਾਗਤ ਹੈ ਤੁਹਾਡਾ ਸਟੱਡੀ ਨਾਓ ਦੇ ਵਿੱਚ। ਠੀਕ ਹੈ, ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਠੀਕ ਹੈ, ਤਾਂ ਆਪਾਂ ਇਸ ਦੇ ਵਿੱਚ ਇਸ ਚੈਨਲ ਦੇ ਉੱਤੇ ਪੀਐਸ ਟੈਟ 2 ਈਟੀਟੀ ਵਾਲਿਆਂ ਦਾ ਉਸ ਦੇ ਵਿੱਚ ਸਾਇੰਸ ਦੀ ਤਿਆਰੀ, ਮੈਥ ਦੀ ਤਿਆਰੀ, ਸਮਾਜਿਕ ਦੀ ਤਿਆਰੀ ਕਰਾਂਗੇ। ਠੀਕ ਹੈ, ਤਾਂ ਜੇਕਰ ਤੁਸੀਂ ਪੀਐਸ ਟੈਟ ਦੀ ਤਿਆਰੀ ਕਰ ਰਹੇ ਹੋਗੇ, ਠੀਕ ਹੈ, ਜਾਂ ਈਟੀਟੀ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਠੀਕ ਹੈ, ਤਾਂ ਕਿ ਤੁਹਾਨੂੰ ਵੀਡੀਓ ਮਿਲਦੀਆਂ ਰਹਿਣ। ਠੀਕ ਹੈ, ਤਾਂ ਆਪਾਂ ਸ਼ੁਰੂ ਕਰ ਦਿਆਂਗੇ ਅੱਜ ਦੀ ਵੀਡੀਓ। ਆਪਾਂ 10ਵੀਂ ਦੀ ਸਾਇੰਸ ਦੇ ਵਿੱਚੋਂ 8ਵਾਂ ਲੈਸਨ, ਠੀਕ ਹੈ, ਜੀਵ ਪ੍ਰਜਨਨ ਕਿਵੇਂ ਕਰਦੇ ਹਨ ਉਸ ਬਾਰੇ ਕਰਾਂਗੇ। ਠੀਕ ਹੈ, ਸ਼ੁਰੂ ਕਰ ਦਿਆਂਗੇ। ਹੁਣ ਦੇਖੋ, ਪਹਿਲਾਂ ਵੀ ਇੱਕ ਵੀਡੀਓ ਬਣੀ ਸੀ, ਠੀਕ ਆ, ਉਹਦੇ ਵਿੱਚ ਆਪਾਂ ਕਰਿਆ ਸੀਗਾ ਵੀ ਪ੍ਰਜਨਨ ਕੀ ਹੁੰਦਾ। ਠੀਕ ਹੈ, ਹੁਣ ਪ੍ਰਜਨਨ ਕੀ ਹੁੰਦਾਗਾ, ਆਪਾਂ ਨੂੰ ਪਤਾਗਾ ਵੀ ਨਵੀਂ ਸੰਤਾਨ ਪੈਦਾ ਕਰਨ ਲਈ ਜਿਹੜੀ ਵੀ ਪ੍ਰਕਿਰਿਆ ਹੁੰਦੀ ਆ ਉਹਨੂੰ ਕੀ ਕਹਿੰਦੇ ਆਗੇ, ਪ੍ਰਜਨਨ। ਠੀਕ ਹੈ, ਜਿਵੇਂ ਕੀ ਹੈਗਾ, ਮਾਤਾ ਪਿਤਾ ਨੇ ਆਪਾਂ ਨੂੰ ਪੈਦਾ ਕਰਿਆ, ਨਵੀਂ ਸੰਤਾਨ ਪੈਦਾ ਕਰੀ, ਜੋ ਵੀ ਪ੍ਰਕਿਰਿਆ ਹੋਈ ਉਹ ਕੀ ਹੁੰਦਾਗਾ, ਪ੍ਰਜਨਨ। ਠੀਕ ਹੈ, ਹੁਣ ਦੇਖੋ ਸੰਤਾਨ, ਠੀਕ ਹੈ, ਸੰਤਾਨ ਪੈਦਾ ਕਰਨੀ ਨੂੰ ਕੀ ਕਹਿੰਦੇ ਹੈਗੇ, ਪ੍ਰਜਨਨ। ਠੀਕ ਹੈ, ਇਹ ਕਿੰਨੇ ਪ੍ਰਕਾਰ ਦਾ ਹੁੰਦਾਗਾ, ਦੋ ਪ੍ਰਕਾਰ ਦਾ ਹੁੰਦਾਗਾ। ਇੱਕ ਹੁੰਦਾ ਅਲਿੰਗੀ ਪ੍ਰਜਨਨ, ਠੀਕ ਹੈ, ਅਲਿੰਗੀ ਪ੍ਰਜਨਨ ਹੁੰਦਾ, ਇੱਕ ਹੁੰਦਾਗਾ ਲਿੰਗੀ। ਠੀਕ ਹੈ, ਦੋ ਪ੍ਰਕਾਰ ਦਾ ਪ੍ਰਜਨਨ ਹੁੰਦਾਗਾ। ਠੀਕ ਹੈ, ਹੁਣ ਆਪਾਂ ਅਲਿੰਗੀ ਪ੍ਰਜਨਨ ਬਾਰੇ ਕਰਿਆ ਸੀਗਾ। ਠੀਕ ਹੈ, ਪਿਛਲੀ ਵੀਡੀਓ ਦੇ ਵਿੱਚ ਅਲਿੰਗੀ ਪ੍ਰਜਨਨ ਦੇ ਵਿੱਚ ਕਿੰਨੇ ਜੀਵਾਂ ਦੀ ਲੋੜ ਪੈਂਦੀ ਆ, ਇੱਕ ਜੀਵ, ਇੱਕ ਜੀਵ ਦੀ ਲੋੜ। ਠੀਕ ਹੈ, ਮਤਲਬ ਕਿ ਸੰਤਾਨ ਪੈਦਾ ਕਰਨੀ ਹੈ ਜੀ। ਠੀਕ ਹੈ, ਉਹਦੇ ਲਈ ਇੱਕ ਜੀਵ ਹੀ ਚਾਹੀਦਾ ਹੋਊਗਾ। ਠੀਕ ਆ, ਜਿਵੇਂ ਕੁਝ ਫੁੱਲ ਨੇਗੇ, ਠੀਕ ਆ, ਜਾਂ ਆਪਾਂ ਬੂਟੇ, ਫੁੱਲ ਬੂਟਿਆਂ ਵਾਲੇ ਨੇਗੇ। ਜੇ ਪਪੀਤਾ ਗਾ, ਪਪੀਤਾ ਕੀ ਹੈਗਾ, ਉਹਨੂੰ ਹੋਰ ਕਿਸੇ ਦੀ ਲੋੜ ਨਹੀਂ ਪੈਂਦੀ, ਆਪਣਾ ਸੰਤਾਨ ਆਪ ਪੈਦਾ ਕਰ ਦੂ, ਪਪੀਤੇ ਦਾ ਬੂਟਾ ਆਪਣੇ ਆਪ ਪੈਦਾ ਹੋ ਜੂ। ਠੀਕ ਆ, ਉਵੇਂ ਅਮੀਬਾ ਗਾ, ਅਮੀਬੇ ਨੂੰ ਕੀ ਹੈਗਾ, ਸੰਤਾਨ ਪੈਦਾ ਕਰਨ ਲਈ ਕਿਸੇ ਹੋਰ ਦੀ ਲੋੜ ਨਹੀਂ ਹੈਗੀ, ਇੱਕ ਜੀਵ ਹੀ ਕਾਫੀ ਆ। ਠੀਕ ਆ, ਤਾਂ ਕੁਝ ਜੀਵ ਨੇਗੇ ਜਿਨ੍ਹਾਂ ਵਿੱਚ ਕੀ ਹੈਗੀ, ਇੱਕ ਜੀਵ ਦੀ ਲੋੜ ਪੈਂਦੀ ਹੈ ਸੰਤਾਨ ਪੈਦਾ ਕਰਨ ਲਈ, ਤਾਂ ਉਹਨਾਂ ਵਿੱਚ ਜਿਹੜਾ ਪ੍ਰਜਨਨ ਹੁੰਦਾਗਾ ਉਹਨੂੰ ਕੀ ਕਹਿੰਦੇ ਆ, ਅਲਿੰਗੀ। ਠੀਕ ਆ, ਮਤਲਬ ਕਿ ਲਿੰਗੀ ਪ੍ਰਜਨਨ ਵਿੱਚ ਇੱਕ ਜੀਵ ਦੀ ਲੋੜ ਪੈਂਦੀ ਆ। ਜਿਹੜਾ ਲਿੰਗੀ ਪ੍ਰਜਨਨ ਹੁੰਦਾ ਇਹਦੇ ਵਿੱਚ ਦੋ ਜੀਵਾਂ ਦੀ ਲੋੜ ਪੈਂਦੀ ਆ, ਦੋ ਜੀਵਾਂ ਦੀ ਲੋੜ। ਠੀਕ ਆ, ਜਿਵੇਂ ਕਿ ਮਨੁੱਖ, ਮਨੁੱਖ ਵਿੱਚ ਕੀ ਹੈ, ਦੋ ਜੀਵਾਂ ਦੀ ਲੋੜ ਪੈਂਦੀ ਆ, ਇੱਕ ਮਾਦਾ ਦੀ, ਇੱਕ ਨਰ ਦੀ। ਠੀਕ ਆ, ਇੱਕ ਮਾਤਾ ਦੀ, ਇੱਕ ਪਿਤਾ ਦੀ। ਠੀਕ ਆ, ਲਿੰਗੀ ਪ੍ਰਜਨਨ ਦੇ ਵਿੱਚ ਦੇਖੋ, ਇਹਦੇ ਵਿੱਚ ਇੱਕ ਜੀਵ ਦੀ ਲੋੜ, ਇਹਦੇ ਵਿੱਚ ਦੋ ਜੀਵਾਂ ਦੀ ਲੋੜ। ਠੀਕ ਹੈ, ਹੁਣ ਜਿਹੜਾ ਲਿੰਗੀ ਪ੍ਰਜਨਨ ਹੈਗਾ, ਠੀਕ ਹੈ, ਇਹਦੇ ਪ੍ਰਜਨਨ ਦੇ ਵਿੱਚ ਹੁੰਦਾ ਕੀ ਹੈਗਾ, ਠੀਕ ਹੈ, ਲਿੰਗੀ ਪ੍ਰਜਨਨ ਕਰ ਰਹੇ ਹਾਂਗੇ, ਇਹਦੇ ਵਿੱਚ ਕੀ ਹੁੰਦੀ ਹੈ, ਇੱਕ ਮਾਦਾ ਹੁੰਦੀ ਆ। ਠੀਕ ਹੈ, ਮਾਦਾ ਦਾ ਮਤਲਬ ਕੀ ਹੈਗਾ, ਇਹਦਾ ਮਾਤਾ ਵੀ ਕਹਿ ਸਕਦੇ ਹਾਂ, ਮਾਦਾ ਮਤਲਬ ਮਾਤਾ। ਠੀਕ ਹੈ, ਨਰ ਹੁੰਦਾ ਇੱਕ, ਕੀ ਹੁੰਦਾ, ਨਰ। ਠੀਕ ਹੈ, ਮਾਦਾ ਮਤਲਬ ਕਿ ਔਰਤ, ਨਰ ਮਤਲਬ ਕਿ ਮਾਦਾ ਜਿਹੜੀ ਇਸਤਰੀ ਜਾਤੀ ਨਾਲ ਸੰਬੰਧਿਤ, ਨਰ ਮਤਲਬ ਕਿ ਪੁਰਸ਼ ਜਾਤੀ ਨਾਲ ਸੰਬੰਧਿਤ। ਠੀਕ ਆ, ਹੁਣ ਜਿਹੜੀ ਮਾਦਾ ਜਾਂ ਮਾਤਾ ਹੁੰਦੀ ਆ, ਇਹਦੇ ਵੀ ਜਨਨ ਸੈੱਲ ਹੁੰਦੇ ਆ। ਕੀ ਹੁੰਦੇ ਆ, ਜਨਨ ਸੈੱਲ, ਜਿਨ੍ਹਾਂ ਤੋਂ ਸੰਤਾਨ ਬਣਦੀ ਆ। ਠੀਕ ਆ, ਇਹ ਕੀ ਦਿੰਦੀ ਆ, ਆਪਣੇ ਜਨਨ ਸੈੱਲ। ਠੀਕ ਆ, ਕੀ ਹੁੰਦੇ, ਜਨਨ ਸੈੱਲ। ਠੀਕ ਆ, ਉਵੇਂ ਕੀ ਨਰ, ਨਰ ਵੀ ਕੀ ਦਿੰਦਾ ਗਾ, ਆਪਣੇ ਜਨਨ ਸੈੱਲ। ਠੀਕ ਆ, ਕੀ ਦਿੰਦਾ, ਜਨਨ ਸੈੱਲ। ਠੀਕ ਆ, ਜਦੋਂ ਇਹ ਦੋਨੇ ਸੈੱਲ ਮਿਲਦੇ ਨੇਗੇ ਤਾਂ ਕੀ ਹੈਗਾ, ਇੱਕ ਯੋਗਮਕ ਪੈਦਾ ਹੁੰਦਾ ਗਾ, ਜਿਹਨੂੰ ਕੀ ਕਹਿੰਦੇ, ਜਿਹਤੋਂ ਬੱਚਾ ਬਣਦਾ। ਠੀਕ ਆ, ਮਾਤਾ ਦੇ ਜਨਨ ਸੈੱਲ ਤੇ ਨਰ ਦੇ ਜਨਨ ਸੈੱਲ ਦੋਨੇ ਮਿਲ ਕੇ ਕੀ ਬਣਾਉਂਦੇ ਆਗੇ, ਸੰਤਾਨ ਬਣਦੀ ਆ। ਠੀਕ ਆ, ਹੁਣ ਜਿਹੜੇ ਜਨਨ ਸੈੱਲ ਹੁੰਦੇ ਆ ਇਹ ਵਿਸ਼ੇਸ਼ ਅੰਗਾਂ 'ਚ ਹੁੰਦੇ ਆ। ਠੀਕ ਆ, ਜਦੋਂ ਆਪਾਂ ਨੂੰ ਪਤਾ ਹੈਗਾ ਵੀ ਸੰਭੋਗ ਕਰਦੇ ਨੇ, ਠੀਕ ਆ, ਪੁਰਸ਼ ਜਾਤੀ ਤੇ ਇਸਤਰੀ ਜਾਤੀ ਸੰਬੰਧ। ਠੀਕ ਆ, ਤਾਂ ਕੀ ਹੈਗਾ, ਉਹਨਾਂ ਦੇ ਜਨਨ ਸੈੱਲ, ਠੀਕ ਆ, ਮਾਤਾ ਦੇ ਪੇਟ ਦੇ ਅੰਦਰ, ਠੀਕ ਆ, ਬੱਚੇਦਾਨੀ ਦੇ ਵਿੱਚ ਜਦੋਂ ਮਿਲਦੇ ਨੇਗੇ। ਠੀਕ ਆ, ਜਨਨ ਕਿਹੜੇ ਕਿਹੜੇ ਜਨਨ ਸੈੱਲ, ਮਾਦਾ ਦੇ ਜਨਨ ਸੈੱਲ ਤੇ ਨਰ ਦੇ ਜਨਨ ਸੈੱਲ ਜਦੋਂ ਮਿਲਦੇ ਨੇ, ਤਾਂ ਜਦੋਂ ਦੋਨੇ ਮਿਲਦੇ ਨੇ ਕੀ ਪੈਦਾ ਹੋ ਜਾਂਦੀ ਹੈ, ਸੰਤਾਨ। ਠੀਕ ਆ, ਕੀ ਪੈਦਾ ਹੋ ਜਾਂਦੀ ਹੈ, ਸੰਤਾਨ ਪੈਦਾ ਹੋ ਜਾਂਦੀ ਹੈ। ਠੀਕ ਆ, ਹੁਣ ਕੀ ਹੈਗਾ, ਸੰਤਾਨ ਪੈਦਾ ਹੁੰਦੀ ਆ। ਹੁਣ ਆਪਾਂ ਨੂੰ ਜਨਨ ਸੈੱਲਾਂ ਬਾਰੇ ਪਤਾ ਵੀ ਕਰਨਾ। ਜਿਹੜੇ ਮਾਦਾ ਦੇ ਜਨਨ ਸੈੱਲ ਹੁੰਦੇ ਆ ਇਹ ਕੀ ਹੁੰਦੇ, ਛੋਟੇ ਹੁੰਦੇ ਆ। ਕੀ ਹੁੰਦਾ ਇਹਨਾਂ ਦਾ ਆਕਾਰ ਛੋਟਾ ਹੁੰਦਾ, ਇਹਨਾਂ ਦਾ ਆਕਾਰ ਵੱਡਾ ਹੁੰਦਾ। ਮਾਦਾ ਜਨਨ ਸੈੱਲਾਂ ਦਾ ਆਕਾਰ ਵੱਡਾ ਹੁੰਦਾ। ਠੀਕ ਆ, ਤੇ ਜਿਹੜੇ ਇਹਨਾਂ ਦਾ ਜਨਨ, ਨਰ ਜਨਨ ਸੈੱਲ ਨੇ, ਇਹਨਾਂ ਦਾ ਆਕਾਰ ਕੀ ਹੁੰਦਾ, ਛੋਟਾ। ਠੀਕ ਆ, ਆ ਗੱਲ ਹੋ ਗਈ ਆਪਣੇ ਕੋਲ। ਹੋਰ ਕੀ ਹੈ ਇਹਦੇ ਵਿੱਚ, ਮਾਦਾ ਜਨਨ ਸੈੱਲ ਆ, ਇਹਦੇ ਵਿੱਚ ਕੀ ਭੰਡਾਰ ਹੁੰਦਾ, ਭੋਜਨ, ਭੋਜਨ, ਭੋਜਨ ਜਮਾ ਹੁੰਦਾ। ਠੀਕ ਹੈ, ਭੋਜਨ ਦਾ ਭੰਡਾਰ। ਠੀਕ ਆ, ਜਿਹੜੇ ਮਾਦਾ ਜਨਨ ਸੈੱਲ ਹੁੰਦੇ ਆਗੇ ਇਹਦੇ ਵਿੱਚ ਭੋਜਨ ਦਾ ਭੰਡਾਰ ਹੁੰਦਾ। ਠੀਕ ਆ, ਜਿਹੜੇ ਨਰ ਜਨਨ ਸੈੱਲ ਹੁੰਦੇ ਆ ਇਹ ਗਤੀਸ਼ੀਲ ਹੁੰਦੇ ਆ, ਆਕਾਰ ਛੋਟਾ ਹੁੰਦਾ ਗਾ ਤਾਂ ਇਹ ਗਤੀਸ਼ੀਲ ਹੁੰਦੇ ਆ, ਗਤੀ ਕਰਦੇ ਰਹਿੰਦੇ ਆ। ਠੀਕ ਆ, ਇਹਨਾਂ ਦਾ ਕੰਮ ਕੀ ਆ, ਗਤੀਸ਼ੀਲ। ਇਹ ਗਤੀਸ਼ੀਲ ਜਨਨ ਸੈੱਲ ਨੇ, ਗਤੀਸ਼ੀਲ ਜਨਨ ਸੈੱਲ।
ਹੁਣ ਆ ਚੀਜ਼ ਹੋ ਗਈ। ਹੁਣ ਦੇਖੋ ਮਾਦਾ ਜਨਨ ਸੈੱਲ ਦਾ ਆਕਾਰ ਵੱਡਾ ਹੁੰਦਾ ਗਾ, ਇਹਦੇ ਵਿੱਚ ਭੋਜਨ ਜਮਾ ਹੁੰਦਾ, ਭੋਜਨ ਦਾ ਭੰਡਾਰ ਹੁੰਦਾ। ਨਰ ਜਨਨ ਸੈੱਲ ਦਾ ਆਕਾਰ ਛੋਟਾ ਹੁੰਦਾ ਤੇ ਕੀ ਹੁੰਦਾ, ਗਤੀਸ਼ੀਲ ਹੁੰਦਾ, ਮਤਲਬ ਗਤੀ ਕਰਦੇ ਆ। ਹੁਣ ਗਤੀ ਕਰਨ ਲਈ ਕੀ ਹੁੰਦੇ ਆਗੇ, ਇਹ ਜਨਨ ਸੈੱਲਾਂ ਦੇ ਇੱਕ ਪੂਛ ਲੱਗੀ ਹੁੰਦੀ ਹੈ, ਠੀਕ ਆ, ਪੂਛ ਹੁੰਦੀ ਹੈਗੀ ਜਨਨ ਸੈੱਲਾਂ ਦੇ, ਉਹਦੇ ਨਾਲ ਕੀ ਕਰਦੇ ਆ, ਗਤੀ ਕਰਦੇ ਆ, ਠੀਕ ਆ। ਹੁਣ ਜਿਹੜਾ ਆਪਣੇ ਕੋਲ ਕੀ ਹੈਗਾ, ਜਿਹੜੇ ਮਾਦਾ ਜਨਨ ਸੈੱਲ ਹੁੰਦੇ ਹੈਗੇ, ਇਹਨੂੰ ਕੀ ਕਹਿੰਦੇ ਆ, ਅੰਡਾਣੂ ਵੀ ਕਹਿੰਦੇ ਆ, ਠੀਕ ਆ, ਅੰਡਾ ਜਾਂ ਅੰਡਾਣੂ, ਠੀਕ ਆ। ਜਿਹੜੇ ਨਰ ਜਨਨ ਸੈੱਲ ਨੇ ਇਹਨਾਂ ਨੂੰ ਕੀ ਕਹਿੰਦੇ ਆ, ਸ਼ੁਕਰਾਣੂ, ਠੀਕ ਆ। ਆਹ ਆਪਣੇ ਕੋਲ ਮੇਨ ਹੋ ਗਿਆ, ਠੀਕ ਆ। ਹੋਰ ਦੇਖੋ ਇਹ ਸੀਗਾ ਆਪਣੇ ਕੋਲ। ਉਸ ਤੋਂ ਬਾਅਦ ਦੇਖੋ ਜਿਹੜੇ ਨਰ ਜਨਨ ਸੈੱਲ ਹੁੰਦੇ ਆ, ਠੀਕ ਆ, ਤਾਂ ਇਹਦੇ ਵਿੱਚ ਕੀ ਹੁੰਦਾ ਗਾ, ਜਦੋਂ ਆਪਾਂ ਨੂੰ ਮਾਦਾ ਜਨਨ ਸੈੱਲ ਮਿਲਦੇ ਆ ਤੇ ਨਰ ਜਨਨ ਸੈੱਲ, ਹਨਾ, ਤਾਂ ਇਹਦੇ ਵਿੱਚ ਕੀ ਹੁੰਦਾ ਗਾ, ਆਪਾਂ ਨੂੰ ਪਤਾ ਗਾ ਵੀ ਆਪਣੇ ਕੋਲ ਕੀ ਹੈਗਾ, ਗੁਣਸੂਤਰ ਕਿੰਨੇ ਹੁੰਦੇ ਹੈਗੇ ਆਪਣੇ ਕੋਲ, ਗੁਣਸੂਤਰ, ਠੀਕ ਆ। ਹੁਣ ਜਿਹੜਾ ਜਨਨ ਸੈੱਲ ਆ, ਠੀਕ ਆ, ਜਨਨ ਸੈੱਲ ਵਿੱਚ ਕੀ ਹੁੰਦਾ ਗਾ, DNA ਹੁੰਦਾ, ਠੀਕ ਆ। ਜਿਵੇਂ ਜਨਨ ਸੈੱਲ ਹੈਗਾ ਬਣਾਇਆ ਹੋਇਆ, ਇਹਦੇ ਵਿੱਚ ਕੀ ਹੁੰਦਾ, ਗੁਣਸੂਤਰ ਤੇ DNA, ਠੀਕ ਹੈ। ਜਿਹੜੇ ਗੁਣਸੂਤਰ ਹੁੰਦੇ ਤੇ DNA, ਹਨਾ। ਹੁਣ ਆਪਾਂ ਨੂੰ ਪਤਾ ਗਾ ਵੀ ਹਰੇਕ ਮਨੁੱਖ ਦੇ ਵਿੱਚ ਜਾਂ ਹਰੇਕ ਜੀਵ ਦੇ ਵਿੱਚ ਗੁਣਸੂਤਰਾਂ ਦੀ ਸੰਖਿਆ ਕੀ ਹੁੰਦੀ ਹੈ, ਨਿਸ਼ਚਿਤ ਹੁੰਦੀ ਆ, ਠੀਕ ਆ। ਜਾਂ DNA ਦੀ ਮਾਤਰਾ ਕੀ ਹੁੰਦੀ ਆ, ਨਿਸ਼ਚਿਤ, ਠੀਕ ਆ। ਹਰ ਕਿਸਮ ਦੇ ਜਿਹੜੀ ਇੱਕ ਪ੍ਰਜਾਤੀ ਹੈਗੀ, ਜਿਵੇਂ ਮਨੁੱਖ ਹੋ ਗਏ, ਠੀਕ ਆ, ਮਨੁੱਖ ਵਿੱਚ ਗੁਣਸੂਤਰਾਂ ਦੀ ਸੰਖਿਆ ਕਿੰਨੀ ਹੈਗੀ, 46 ਆ, ਕਿੰਨੀ ਹੈਗੀ, 46। ਤਾਂ ਹਰੇਕ ਮਨੁੱਖ ਦੇ ਵਿੱਚ ਗੁਣਸੂਤਰਾਂ ਦੀ ਸੰਖਿਆ ਕਿੰਨੀ ਹੋਊਗੀ, 46 ਹੋਊਗੀ। ਉਵੇਂ ਕੀ ਹੈਗਾ, DNA ਦੀ ਮਾਤਰਾ ਵੀ ਫਿਕਸ ਹੁੰਦੀ ਆ, ਹਰੇਕ ਮਨੁੱਖ ਵਿੱਚ ਬਰਾਬਰੀ ਹੋਊਗੀ, ਠੀਕ ਆ। ਹੁਣ ਦੇਖੋ ਜਦੋਂ ਪ੍ਰਜਨਨ ਹੁੰਦਾ, ਠੀਕ ਆ, ਤਾਂ ਮਾਦਾ ਜਨਨ ਸੈੱਲ, ਠੀਕ ਆ, ਮਾਦਾ ਜਨਨ ਸੈੱਲ ਤੇ ਨਰ ਜਨਨ ਸੈੱਲ ਮਿਲਦੇ ਆ। ਤਾਂ ਜਨਨ ਸੈੱਲ ਵਿੱਚ ਕੀ ਹੁੰਦਾ ਹੈਗਾ, ਗੁਣਸੂਤਰ ਤੇ DNA ਹੁੰਦਾ, ਗੁਣਸੂਤਰ ਤੇ DNA, ਠੀਕ ਆ। ਹੁਣ ਜਿਹੜੇ ਗੁਣਸੂਤਰ ਇਧਰੋਂ ਮਿਲ ਗਏ, ਠੀਕ ਆ, ਹਰੇਕ ਆਪਾਂ ਨੂੰ ਪਿੱਤ ਫਿਕਸ ਹੁੰਦੇ ਆ ਨਾ, ਹਰੇਕ ਮਨੁੱਖ ਵਿੱਚ ਕੀ ਹੁੰਦੇ, ਫਿਕਸ ਹੁੰਦੇ ਹੈਗੇ ਜਨਨ ਸੈੱਲ। ਜਨਨ ਸੈੱਲਾਂ ਵਿੱਚ ਗੁਣਸੂਤਰ ਵੀ ਕੀ ਹੁੰਦੇ ਆ, ਫਿਕਸ, ਠੀਕ ਆ। ਹੁਣ ਗੁਣਸੂਤਰ ਕੀ ਹੁੰਦੇ ਆ, ਫਿਕਸ ਹੁੰਦੇ ਹੈਗੇ, ਮਤਲਬ ਕਿ 46 ਹੁੰਦੇ ਆ, ਕਿੰਨੇ ਹੁੰਦੇ ਆ, 46, ਠੀਕ ਆ। ਕਿੰਨੇ ਹੁੰਦੇ, 46 ਗੁਣਸੂਤਰ ਹੁੰਦੇ ਹੈਗੇ, ਠੀਕ ਆ। ਹੁਣ ਜੇ ਆਪਾਂ ਨੂੰ ਕੀ ਹੈਗਾ, 46 ਗੁਣਸੂਤਰ ਕਿਤੋਂ ਮਿਲ ਗਏ, ਮਾਦਾ ਤੋਂ, ਕਿੰਨੇ ਮਿਲ ਗਏ, 46, ਠੀਕ ਆ। 46 ਕਿਤੋਂ ਮਿਲ ਗਏ, ਨਰ ਤੋਂ, ਠੀਕ ਆ। ਤਾਂ 46 ਤੇ 46 ਕਿੰਨਾ ਹੋ ਜਾਊਗਾ, ਦੇਖੋ 46 ਤੇ 46 ਕਿੰਨਾ ਹੋ ਜਾਊਗਾ, 92 ਹੋ ਜਾਊ, ਠੀਕ ਆ। ਤਾਂ ਦੋਨਾਂ ਤੋਂ ਜੋ ਮਿਲੇ ਤਾਂ ਗੁਣਸੂਤਰਾਂ ਦੀ ਕਿੰਨੀ ਹੋ ਗਈ, ਸੰਖਿਆ 92 ਹੋ ਗਈ। ਪਰ ਆਪਾਂ ਨੂੰ ਪਤਾ ਗਾ ਵੀ ਗੁਣਸੂਤਰਾਂ ਦੀ ਸੰਖਿਆ ਕੀ ਰਹਿੰਦੀ ਹੈ, ਹਮੇਸ਼ਾ ਸਮਾਨ ਰਹਿੰਦੀ ਆ, ਠੀਕ ਆ। ਤਾਂ ਆਪਾਂ ਨੂੰ ਪਤਾ ਗਾ ਵੀ ਗੁਣਸੂਤਰਾਂ ਦੀ ਸੰਖਿਆ ਸੰਤਾਨ ਦੇ ਵਿੱਚ ਵੀ ਉਨੀ ਰਹਿਣੀ ਚਾਹੀਦੀ ਹੈਗੀ ਜਿੰਨੀ ਕੀ ਹੈਗੀ ਉਹਦੇ ਜਿਹੜੇ ਪਿਤਰੀ ਨੇਗੇ, ਪਿਤਰਾਂ ਦੇ ਵਿੱਚ ਆ, ਠੀਕ ਆ। ਪਿਤਰਾਂ ਦੇ ਵਿੱਚ ਮਤਲਬ ਕੀ ਹੈਗਾ, ਮਾਤਾ ਪਿਤਾ ਦੇ ਵਿੱਚ ਆ, ਠੀਕ ਆ। ਹੁਣ ਤਾਂ ਇਹਦੇ ਵੇਲੇ ਕੀ ਹੁੰਦਾ, ਕੀ ਹੈਗਾ, ਤਾਂ ਜਿਹੜੇ ਜਨਨ ਸੈੱਲ ਹੁੰਦੇ ਹੈਗੇ ਇਹਦੇ ਵਿੱਚ ਗੁਣਸੂਤਰਾਂ ਦੀ ਸੰਖਿਆ ਅੱਧੀ ਹੁੰਦੀ ਆ, ਕਿੰਨੀ ਹੁੰਦੀ ਆ, ਅੱਧੀ, ਠੀਕ ਆ। ਕਿੰਨੀ ਹੁੰਦੀ ਹੈਗੀ, ਕੁੱਲ ਕਿੰਨੀ ਹੁੰਦੀ ਹੈ, 46। ਤਾਂ ਇਹਦੇ ਵਿੱਚ ਕਿੰਨੇ ਹੋਣਗੇ, 23 ਗੁਣਸੂਤਰ ਹੋਣਗੇ, ਠੀਕ ਆ। ਤਾਂ 23 ਕਿਹਦੇ ਵਿੱਚ ਹੋਣਗੇ, ਨਰ ਜਨਨ ਸੈੱਲ ਵਿੱਚ ਹੋਣਗੇ ਗੁਣਸੂਤਰ, ਕੀ ਹੋਣਗੇ, ਗੁਣਸੂਤਰ, ਠੀਕ ਆ। ਤਾਂ ਮਤਲਬ ਕੀ ਹੈਗਾ, DNA ਵੀ ਆਈਆਂ, ਅੱਧਾ DNA ਕੀ ਤੋਂ ਆਊਗਾ, ਮਾਦਾ ਜਨਨ ਸੈੱਲ ਚ ਆਊਗਾ, ਮਾਦਾ ਜਨਨ ਸੈੱਲ, ਠੀਕ ਆ। ਅੱਧਾ DNA ਕਿਹਦੇ ਵਿੱਚੋਂ ਆਊਗਾ, ਅੱਧਾ DNA ਕਿਹਦੇ ਵਿੱਚੋਂ ਆਊਗਾ, ਨਰ ਜਨਨ ਸੈੱਲ ਵਿੱਚੋਂ ਆਊਗਾ, ਠੀਕ ਆ। ਹੁਣ ਦੇਖੋ 23 ਗੁਣਸੂਤਰ ਇਹ ਤੋਂ ਮਿਲੇ, 23 ਇਹ ਤੋਂ ਮਿਲੇ, ਤਾਂ ਕੁੱਲ ਕਿੰਨੇ ਬਣ ਗਏ, 23 ਤੇ 23 46, ਠੀਕ ਆ। ਤਾਂ ਗੁਣਸੂਤਰ ਕਿੰਨੇ ਮਿਲੇ ਹੈਗੇ, ਅੱਧੇ ਮਿਲਿਆ। ਹੁੰਦੇ ਕੁੱਲ ਕਿੰਨੇ ਨੇ, ਆਪਣੇ ਜਨਨ ਆਪਣੇ ਜਿਹੜੇ ਸੈੱਲ ਹੁੰਦੇ ਹੈਗੇ ਨਾਰਮਲ ਸੈੱਲ, ਠੀਕ ਆ, ਜਨਨ ਸੈੱਲ ਨਹੀਂ ਨਾਰਮਲ ਸੈੱਲ ਹੁੰਦੇ ਆ, ਉਹਦੇ ਵਿੱਚ ਜਿਹੜੇ ਕਿੰਨੇ ਹੁੰਦੇ ਹੈਗੇ, ਗੁਣਸੂਤਰ ਕਿੰਨੇ ਹੁੰਦੇ ਹੈਗੇ, ਉਹਦੇ ਵਿੱਚ 46 ਹੁੰਦੇ ਆ, ਠੀਕ ਆ। ਪਰ ਜਦੋਂ ਪ੍ਰਜਨਨ ਕਰਦੇ ਆ ਜਿਹੜੇ ਵਿਸ਼ੇਸ਼ ਜਨਨ ਸੈੱਲ ਹੁੰਦੇ ਆ ਤਾਂ ਉਹਨਾਂ ਵਿੱਚੋਂ 23 ਮਿਲਦੇ ਹੈਗੇ, ਅੱਧੇ ਮਿਲਦੇ ਨੇ, ਠੀਕ ਆ। ਉਹ ਕਿੰਨੇ ਹੁੰਦੇ ਹੈਗੇ, ਕੁੱਲ ਕਿੰਨੇ ਹੁੰਦੇ ਆ ਗੁਣਸੂਤਰ, ਕੁੱਲ ਗੁਣਸੂਤਰ ਸੈੱਲ ਦੇ ਵਿੱਚ, ਠੀਕ ਆ, ਕੁੱਲ ਗੁਣਸੂਤਰ ਕਿੰਨੇ ਹੁੰਦੇ, 46, ਠੀਕ ਆ। ਪਰ ਜਿਹੜੇ ਜਨਨ ਸੈੱਲ ਹੋਊਗਾ, ਜਨਨ ਸੈੱਲ ਉਹਦੇ ਵਿੱਚ ਕਿੰਨੇ ਹੋਣਗੇ, 23, ਠੀਕ ਆ। ਤਾਂ ਮਤਲਬ ਕਿ 46 ਦਾ ਅੱਧ, 46 ਦਾ ਅੱਧ ਕਿੰਨਾ, 23। ਤਾਂ ਅੱਧੇ ਗੁਣਸੂਤਰ ਇਹ ਤੋਂ ਮਿਲਦੇ ਆ, ਅੱਧੇ ਇਹ ਤੋਂ ਮਿਲਦੇ ਆ, ਠੀਕ ਆ। ਤਾਂ ਅੱਧੇ ਜਿਹੜੇ ਗੁਣਸੂਤਰ ਮਿਲਦੇ ਹੈਗੇ, ਤਾਂ ਜਦੋਂ ਅੱਧੀ ਚੀਜ਼ ਮਿਲਦੀ ਹੈਗੀ, 23 ਇਹ ਤੋਂ ਮਿਲ ਗਏ, 23 ਇਹ ਤੋਂ ਮਿਲ ਗਏ, ਠੀਕ ਆ। 23 ਤੇ 23 ਕਿੰਨੇ ਹੋ ਗਏ, ਦੋਨੇ ਸੰਤਾਨ ਦੇ ਵਿੱਚ ਕਿੰਨੇ ਹੋ ਗਏ ਗੁਣਸੂਤਰ, 46 ਹੋ ਗਏ, ਠੀਕ ਆ। ਉਵੇਂ DNA ਅੱਧਾ ਇਹ ਤੋਂ ਮਿਲਿਆ, DNA ਅੱਧਾ ਇਹ ਤੋਂ ਮਿਲਿਆ, DNA ਕਿੰਨਾ ਹੋ ਗਿਆ, 1 ਹੋ ਗਿਆ, ਠੀਕ ਆ। ਤਾਂ ਮਤਲਬ ਕਿ ਅੱਧੀ ਚੀਜ਼ ਮਿਲਦੀ ਹੈ ਦੋਨੇ ਤੋਂ, ਮਾਦਾ ਜਨਨ ਸੈੱਲਾਂ ਤੋਂ ਵੀ, ਨਰ ਜਨਨ ਸੈੱਲਾਂ ਤੋਂ ਵੀ, ਠੀਕ ਆ। ਤਾਂ ਜਿਹੜੀ ਇਹ ਅੱਧੇ ਮਿਲਦੇ ਆ ਗੁਣਸੂਤਰ ਤੇ DNA, ਠੀਕ ਆ, ਇਹਨੂੰ ਕੀ ਕਹਿੰਦੇ ਹੈਗੇ, ਅਰਧ ਸੂਤਰੀ ਵਿਭਾਜਨ, ਅਰਧ ਸੂਤਰੀ ਵਿਭਾਜਨ, ਠੀਕ ਆ।
ਅਰਧਸੂਤਰੀ ਵਿਭਾਜਨ ਕੀ ਕਹਿੰਦੇ ਹੈਗੇ, ਗੁਣਸੂਤਰ ਅਤੇ ਡੀਐਨਏ ਦਾ ਅੱਧੀ ਮਾਤਰਾ ਵਿੱਚ ਮਿਲਣਾ, ਠੀਕ ਆ। ਇਹਨੂੰ ਕੀ ਕਹਿੰਦੇ ਹੈਗੇ, ਅਰਧਸੂਤਰੀ ਵਿਭਾਜਨ, ਠੀਕ ਆ। ਅਰਧਸੂਤਰੀ ਵਿਭਾਜਨ ਹੁੰਦਾਗਾ ਜਿਵੇਂ ਆਪਾਂ ਨੂੰ ਵੀ ਆਪਣੇ ਮਾਤਾ ਪਿਤਾ ਤੋਂ ਮਾਤਾ ਤੋਂ ਕੀ ਆ ਅੱਧੇ ਗੁਣਸੂਤਰ ਮਿਲਿਆ, ਅੱਧੇ ਕਿਤੋਂ ਮਿਲਿਆ, ਪਿਤਾ ਤੋਂ। ਉਵੇਂ ਅੱਧਾ ਡੀਐਨਏ ਕਿਤੋਂ ਮਿਲਿਆ ਆਪਾਂ ਨੂੰ, ਮਾਤਾ ਤੋਂ। ਅੱਧਾ ਕਿਤੋਂ ਮਿਲਿਆ, ਪਿਤਾ ਤੋਂ। ਤਾਂ ਇਹਨੂੰ ਕੀ ਕਹਿੰਦੇ ਆ, ਅਰਧਸੂਤਰੀ ਵਿਭਾਜਨ, ਠੀਕ ਆ। ਅਰਧਸੂਤਰੀ ਵਿਭਾਜਨ ਦੀ ਲੋੜ ਕਿਉਂ ਪਈ, ਕਿਉਂਕਿ ਆਪਣੇ ਕੋਲ ਕੀ ਆ ਗੁਣਸੂਤਰਾਂ ਦੀ ਸੰਖਿਆ ਕੀ ਰਹਿਣੀ ਚਾਹੀਦੀ ਹੈ, ਹਰੇਕ ਮਨੁੱਖ ਜਾਤੀ ਵਿੱਚ ਸਮਾਨ, ਹੈ ਨਾ। ਤਾਂ ਆਪਾਂ ਨੂੰ ਸਮਾਨ ਰੱਖਣ ਲਈ ਤਾਂ ਕੀ ਹੈਗਾ, ਅੱਧੇ ਲੈਤੇ, ਅੱਧੇ ਮਾਤਾ ਤੋਂ, ਅੱਧੇ ਪਿਤਾ ਤੋਂ, ਠੀਕ ਆ। ਜੇ ਅੱਧੇ ਨਾ ਲੈਂਦੇ, ਪੂਰੇ ਲੈਂਦੇ ਤਾਂ ਗੁਣਸੂਤਰ ਵੱਧ ਜਾਂਦੇ, ਠੀਕ ਆ। ਤਾਂ ਸੈੱਲ ਨੂੰ ਕੰਮ ਕਰਨਾ ਔਖਾ ਹੋ ਜਾਂਦਾ, ਠੀਕ ਆ। ਤਾਂ ਇਹ ਸੀਗਾ ਆਪਣੇ ਕੋਲ। ਹੁਣ ਆਪਾਂ ਦੇਖ ਲੈਣੇ ਹੈਗੇ, ਇਹ ਤਾਂ ਹੋ ਗਿਆ, ਠੀਕ ਆ। ਆਪਣੇ ਕੋਲ ਨਾਰਮਲ ਗੱਲਾਂ ਹੋਈਆਂ, ਠੀਕ ਆ। ਅਰਧਸੂਤਰੀ ਵਿਭਾਜਨ ਹੋ ਗਿਆ। ਹੁਣ ਆਪਾਂ ਫੁੱਲ ਬਾਰੇ ਕਰ ਲੈਂਦੇ ਆ, ਠੀਕ ਆ। ਦੇਖੋ ਜਿਹੜਾ ਫੁੱਲ ਹੁੰਦਾ ਨਾ, ਫੁੱਲ ਦੇ ਵਿੱਚ ਕੀ ਹੁੰਦੀਆਂ ਨੇ, ਫੁੱਲ ਦੇ ਵਿੱਚ ਵੀ ਪ੍ਰਜਨਨ ਹੁੰਦਾ। ਕੀ ਹੁੰਦਾਗਾ, ਪ੍ਰਜਨਨ ਮਤਲਬ ਕਿ ਫੁੱਲ ਵੀ ਸੰਤਾਨ ਪੈਦਾ ਕਰਦੇ ਆ, ਬੱਚੇ ਪੈਦਾ ਕਰਦੇ ਆ, ਠੀਕ ਆ। ਜਿਵੇਂ ਮੰਨ ਲਓ ਇੱਕ ਫੁੱਲ ਆ, ਠੀਕ ਆ। ਫੁੱਲ ਦੇ ਵਿੱਚ ਕੀ ਹੁੰਦੀਆਂ ਨੇਗੀਆਂ, ਪੱਤੀਆਂ ਵੀ ਹੁੰਦੀਆਂ ਨੇ, ਆਪਾਂ ਨੂੰ ਪਤਾ ਹੈਗਾ, ਠੀਕ ਹੈ। ਇਸ ਤਰ੍ਹਾਂ ਬਣਾ ਦਿੰਦੇ ਆ, ਠੀਕ ਆ। ਆ ਫੁੱਲ ਹੈਗਾ, ਠੀਕ ਆ। ਫੁੱਲ ਦੇ ਵਿੱਚ ਆਪਾਂ ਨੂੰ ਪਤਾ ਕੀ ਹੁੰਦੀਆਂ ਨੇ, ਪੱਤੀਆਂ ਵੀ ਹੁੰਦੀਆਂ ਨੇ, ਠੀਕ ਆ। ਇੱਥੇ ਹਰੀਆਂ ਪੱਤੀਆਂ ਲੱਗੀਆਂ ਹੁੰਦੀਆਂ ਨੇਗੀਆਂ, ਆ ਕੀ ਨੇ, ਰੰਗ ਬਰੰਗੀਆਂ ਪੱਤੀਆਂ ਹੁੰਦੀਆਂ ਨੇ, ਠੀਕ ਆ। ਤਾਂ ਫੁੱਲ ਵਿੱਚ ਹਰੀਆਂ ਪੱਤੀਆਂ ਤੇ ਰੰਗ ਬਰੰਗੀਆਂ ਪੱਤੀਆਂ ਹੁੰਦੀਆਂ ਨੇ, ਠੀਕ ਆ। ਹੋਰ ਕੀ ਹੁੰਦਾ ਫੁੱਲ ਦੇ ਵਿੱਚ, ਫੁੱਲ ਦੇ ਵਿਚਾਲੇ ਕੀ ਹੁੰਦਾਗਾ, ਫੁੱਲ ਦੇ ਵਿਚਾਲੇ ਅੰਡਕੋਸ਼ ਹੁੰਦਾ। ਕੀ ਹੁੰਦਾਗਾ, ਅੰਡਕੋਸ਼, ਠੀਕ ਆ। ਤੇ ਇਧਰਲੇ ਪਾਸੇ ਕੀ ਹੁੰਦੇ ਹੈਗੇ, ਇਧਰਲੇ ਪਾਸੇ ਵੀ ਆਪਣੇ ਕੋਲ ਇਸ ਤਰ੍ਹਾਂ ਦੀ ਰਚਨਾ ਹੁੰਦੀ ਹੈ, ਠੀਕ ਆ। ਇਹ ਫੁੱਲ ਬਣਾ ਰਹੇ ਆਪਾਂ, ਠੀਕ ਆ। ਹੁਣ ਦੇਖੋ ਫੁੱਲ ਦੇ ਵਿੱਚ ਕੀ ਹੁੰਦੀਆਂ ਨੇ, ਇੱਕ ਹਰੀਆਂ ਪੱਤੀਆਂ ਹੁੰਦੀਆਂ ਨੇ, ਠੀਕ ਆ। ਇੱਕ ਕੀ ਹੁੰਦੀਆਂ ਨੇਗੀਆਂ, ਰੰਗ ਬਰੰਗੀਆਂ ਪੱਤੀਆਂ, ਠੀਕ ਆ। ਜਿਵੇਂ ਆਪਾਂ ਫੁੱਲਾਂ ਦੇ ਵਿੱਚ ਦੇਖਿਆ ਹੋਊਗਾ, ਠੀਕ ਆ। ਤਾਂ ਫੁੱਲ ਵੀ ਕੀ ਕਰਦੇ ਨੇ, ਪ੍ਰਜਨਨ ਕਰਦੇ ਨੇ, ਠੀਕ ਆ। ਹੁਣ ਪ੍ਰਜਨਨ ਕਰਦੇ ਕਿਵੇਂ ਨੇ ਨਾ, ਤਾਂ ਇਹਨਾਂ ਵਿੱਚ ਕੀ ਹੁੰਦਾਗਾ, ਇੱਕ ਹੁੰਦਾ ਪੁਕੇਸਰ, ਇੱਕ ਹੁੰਦਾ ਇਸਤਰੀ ਕੇਸਰ, ਠੀਕ ਆ। ਹੁਣ ਕੀ ਹੈਗਾ, ਇਸਤਰੀ ਕੇਸਰ ਮਤਲਬ ਕਿ ਮਾਦਾ ਜਨਨ ਅੰਗ, ਠੀਕ ਆ। ਇਹਦੇ ਵਿੱਚ ਕੀ ਹੁੰਦਾਗਾ, ਇਸ ਨੂੰ ਆਪਾਂ ਢਾ ਦਿੰਦੇ ਆ ਥੋੜਾ ਜਿਹਾ, ਠੀਕ ਆ। ਲਿੰਗੀ ਦੇ ਵਿੱਚ ਕੀ ਹੁੰਦਾ, ਦੋ ਜੀਵਾਂ ਦੀ ਲੋੜ ਪੈਂਦੀ ਹੈ, ਠੀਕ ਹੈ। ਇਹਨੂੰ ਢਾ ਦਿੰਦੇ ਆ, ਠੀਕ ਆ। ਹੁਣ ਦੇਖੋ ਇਹਦੇ ਵਿੱਚ ਕੀ ਹੁੰਦਾਗਾ, ਇੱਕ ਇਸਤਰੀ ਕੇਸਰ ਹੁੰਦਾ। ਕੀ ਹੁੰਦਾਗਾ, ਇਸਤਰੀ ਕੇਸਰ, ਠੀਕ ਆ। ਇਸਤਰੀ ਕੇਸਰ ਮਤਲਬ ਕਿ ਕੀ ਹੈਗਾ, ਮਾਦਾ ਜਨਨ ਭਾਗ ਆ। ਕੀ ਹੈਗਾ, ਮਾਦਾ ਜਨਨ ਭਾਗ, ਠੀਕ ਆ। ਇੱਥੇ ਆਪਾਂ ਇਸਤਰੀ ਕੇਸਰ ਲਿਖਾਂਗੇ। ਇਸਤਰੀ ਕੇਸਰ ਕੀ ਹੈਗਾ, ਮਾਦਾ ਜਨਨ ਭਾਗ, ਠੀਕ ਆ। ਹੋਰ ਕੀ ਹੁੰਦਾਗਾ, ਪੁਕੇਸਰ। ਕੀ ਹੁੰਦਾਗਾ, ਪੁਕੇਸਰ ਆਪਾਂ ਇੱਧਰ ਲਿਖਾਂਗੇ। ਆ ਰੰਗ ਬਰੰਗੀਆਂ ਪੱਤੀਆਂ ਪਤਾ ਲੱਗ ਗਿਆ, ਠੀਕ ਹੈ ਤੁਹਾਨੂੰ। ਇਹ ਦੋਨੇ ਹਰੀਆਂ ਪੱਤੀਆਂ ਤੇ ਰੰਗਦਾਰ ਪੱਤੀਆਂ, ਇਹ ਜਨਨ ਦਾ ਭਾਗ ਨਹੀਂ ਹੈਗੀਆਂ। ਕਿਹਦਾ ਭਾਗ ਨਹੀਂ ਹੈਗੀਆਂ, ਜਨਨ ਦਾ ਭਾਗ ਨਹੀਂ ਹਨ, ਹਰੀਆਂ ਪੱਤੀਆਂ ਤੇ ਰੰਗ ਬਰੰਗੀਆਂ ਪੱਤੀਆਂ। ਮਤਲਬ ਕਿ ਸੰਤਾਨ ਪੈਦਾ ਕਰਨ ਲਈ ਇਹਨਾਂ ਦਾ ਕੋਈ ਯੋਗਦਾਨ ਘੱਟ ਹੁੰਦਾ, ਠੀਕ ਹੈ। ਇਹਨਾਂ ਦਾ ਯੋਗਦਾਨ ਹੀ ਨਹੀਂ ਹੁੰਦਾ। ਤਾਂ ਰੰਗ ਬਰੰਗੀਆਂ ਪੱਤੀਆਂ ਤੇ ਹਰੀਆਂ ਪੱਤੀਆਂ ਢਾ ਦੋ। ਇੱਧਰ ਕੀ ਲਿਖਾਂਗੇ ਆਪਾਂ, ਪੁਕੇਸਰ, ਠੀਕ ਆ। ਤੇ ਪੁਕੇਸਰ ਕੀ ਹੈਗਾ, ਨਰ ਜਨਨ, ਠੀਕ ਆ। ਹੁਣ ਇਸਤਰੀ ਕੇਸਰ ਕੀ ਹੈ, ਮਾਦਾ ਜਨਨ ਭਾਗ ਹੈਗਾ। ਪੁਕੇਸਰ ਕੀ ਹੈਗਾ, ਨਰ ਜਨਨ ਭਾਗ ਜਾਂ ਭਾਗ ਲਿਖ ਦਿੰਦੇ ਆ, ਠੀਕ ਆ। ਹੁਣ ਦੇਖੋ ਇਸਤਰੀ ਕੇਸਰ ਮਤਲਬ ਕਿ ਕੀ ਹੈ, ਜਿਵੇਂ ਇਸਤਰੀ ਮਾਦਾ ਹੁੰਦੀ ਹੈ, ਠੀਕ ਹੈ। ਮਾਦਾ ਤੋਂ ਜਨਨ ਸੈੱਲ ਮਿਲਦੇ ਆ, ਉਵੇਂ ਕੀ ਹੈਗਾ, ਇਸਤਰੀ ਕੇਸਰ ਦੇ ਵਿੱਚ ਵੀ ਕੀ ਹੁੰਦੇ ਹੈਗੇ, ਮਾਦਾ ਜਨਨ ਸੈੱਲ ਹੁੰਦੇ ਹੈਗੇ, ਠੀਕ ਆ। ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਆ, ਅੰਡਾਣੂ, ਠੀਕ ਆ। ਇਹ ਕਿਹਦੇ ਵਿੱਚ ਹੁੰਦੇ ਆ, ਇਸਤਰੀ ਕੇਸਰ ਵਾਲੇ ਭਾਗਾਂ 'ਚ ਹੁੰਦੇ ਆ। ਪੁਕੇਸਰ ਦੇ ਵਿੱਚ ਕੀ ਹੁੰਦਾ, ਜਨਨ ਸੈੱਲ, ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਹੁੰਦੇ ਆ, ਸ਼ੁਕਰਾਣੂ ਕਹਿੰਦੇ ਹੁੰਦੇ ਆ, ਠੀਕ ਹੈ, ਮਨੁੱਖ 'ਚ। ਤਾਂ ਇਹਦੇ ਵਿੱਚ ਕੀ ਹੁੰਦੇ ਹੈਗੇ, ਉਹ ਪਰਾਗਕਣ। ਕੀ ਹੁੰਦੇ ਆ, ਪਰਾਗਕਣ, ਠੀਕ ਆ। ਹੁਣ ਦੇਖੋ ਇਸਤਰੀ ਜਿਹੜੇ ਇਹਦੇ ਵਿੱਚ ਕੀ ਹੁੰਦਾਗਾ, ਫੁੱਲ ਦੇ ਵਿੱਚ ਹੁੰਦਾ ਕੀ ਆ, ਠੀਕ ਆ। ਇਧਰ ਕੀ ਹੁੰਦਾ, ਇਹਦੇ ਕੀ ਹੁੰਦਾ, ਅੰਡਕੋਸ਼ ਹੁੰਦਾ, ਠੀਕ ਆ। ਇਹਨੂੰ ਕੀ ਕਹਿੰਦੇ, ਅੰਡਕੋਸ਼, ਠੀਕ ਆ। ਇਧਰਲੇ ਪਾਸੇ ਆਪਾਂ ਇਸਤਰੀ ਕੇਸਰ ਵਾਲੇ ਭਾਗ ਲਿਖ ਸਕਦੇ ਹਾਂ, ਮਾਦਾ ਜਨਨ ਭਾਗ, ਠੀਕ ਆ। ਤਾਂ ਅੰਡਕੋਸ਼ ਕੀ ਹੈਗਾ, ਮਾਦਾ ਜਨਨ ਭਾਗ ਹੈਗਾ, ਠੀਕ ਆ।
ਇਸਤਰੀ ਕੇਸਰ ਦਾ ਭਾਗ ਆ ਅੰਡਕੋਸ਼, ਠੀਕ ਆ। ਇਹਦੇ ਉੱਤੇ ਕੀ ਹੁੰਦਾਗਾ, ਕੀ ਹੁੰਦਾ ਸਟਾਈਲ, ਕੀ ਹੁੰਦਾਗਾ ਸਟਾਈਲ, ਠੀਕ ਆ। ਤੇ ਸਟਾਈਲ ਦੇ ਉੱਪਰ ਕੀ ਲੱਗਿਆ ਹੁੰਦਾਗਾ ਸਟਿਗਮਾ, ਸਟਾਈਲ ਦੇ ਉੱਤੇ ਕੀ ਲੱਗਿਆ ਹੁੰਦਾ ਸਟਿਗਮਾ, ਠੀਕ ਆ। ਉਵੇਂ ਕੀ ਐਪੋਕੇਸਰ ਦੇ ਵਿੱਚ ਕੀ ਹੁੰਦਾਗਾ ਇੱਕ ਕੀ ਹੁੰਦੇ ਹੈਗੇ ਪਰਾਗਕਣ, ਠੀਕ ਆ। ਇੱਕ ਕੀ ਹੁੰਦਾ ਪਰਾਗਕਣ, ਪਰਾਗ ਕਣ ਹੁੰਦੇ, ਠੀਕ ਆ। ਹੁਣ ਦੇਖੋ ਪੁਕੇਸਰ ਤੇ ਇਸਤਰੀ ਕੇਸਰ ਦੀ ਗੱਲ ਕਰਦੇ ਹਾਂ, ਠੀਕ ਆ। ਕਹਿੰਦੇ ਪਰਾਗਕੋਸ਼, ਠੀਕ ਹੈ। ਜਿਹੜਾ ਆਪਣੇ ਕੋਲ ਆਹ ਕੀ ਹੈਗਾ ਪਰਾਗਕੋਸ਼, ਠੀਕ ਆ। ਤੇ ਜਿਹੜਾ ਆਹ ਹੁੰਦਾ ਹੈ ਇਹਨੂੰ ਕੀ ਕਹਿੰਦੇ ਆ ਫਿਲਾਮੈਂਟ, ਠੀਕ ਆ। ਆਹ ਚੀਜ਼ ਹੁੰਦੀ ਹੈ ਆਪਣੇ ਕੋਲ। ਤਾਂ ਦੇਖੋ ਆਪਣੇ ਕੋਲ ਇਸਤਰੀ ਕੇਸਰ ਦੇ ਕਿਹੜੇ ਕਿਹੜੇ ਭਾਗ ਨੇ, ਮਾਦਾ ਜਨਨ ਭਾਗ ਕਿਹੜੇ ਕਿਹੜੇ ਨੇਗੇ, ਅੰਡਕੋਸ਼ ਹੈਗਾ, ਸਟਾਈਲ ਹੈਗਾ, ਠੀਕ ਆ। ਇੱਕ ਕੀ ਹੈਗਾ ਸਟਿਗਮਾ, ਅੰਡਕੋਸ਼ ਸਟਾਈਲ ਤੇ ਸਟਿਗਮਾ ਕਿਹੜੇ ਇਸਤਰੀ ਕੇਸਰ ਦੇ ਭਾਗ ਨੇਗੇ ਜਾਂ ਮਾਦਾ ਜਨਨ ਭਾਗ ਨੇਗੇ, ਠੀਕ ਆ। ਜਿਹੜੇ ਹੋ ਗਿਆ ਫਿਲਾਮੈਂਟ ਤੇ ਪਰਾਗਕੋਸ਼, ਠੀਕ ਆ। ਇਹ ਦੋਨੇ ਕਿਹੜੇ ਭਾਗ ਨੇਗੇ ਪੁਕੇਸਰ ਦੇ ਭਾਗ ਨੇ, ਠੀਕ ਆ। ਹੁਣ ਦੇਖੋ ਜਿਵੇਂ ਆਪਣੇ ਕੋਲ ਮਾਦਾ ਤੇ ਇਸਤਰੀ ਦੇ ਵਿੱਚ ਮਾਦਾ ਜਨਨ ਸੈੱਲ ਤੇ ਨਰ ਜਨਨ ਸੈੱਲ ਦੋਨਾਂ ਦਾ ਮਿਲਣਾ ਜ਼ਰੂਰੀ ਸੀਗਾ, ਠੀਕ ਆ। ਉਵੇਂ ਇਹਦੇ ਵਿੱਚ ਕੀ ਹੈਗਾ ਅੰਡਾਣੂ ਦਾ ਤੇ ਪਰਾਗਕਣ ਦਾ, ਠੀਕ ਆ। ਦੋਨਾਂ ਦਾ ਮਿਲਣਾ ਜ਼ਰੂਰੀ ਹੁੰਦਾ। ਪਰਾਗਕਣ ਕਿਹਦੇ ਉੱਤੇ ਹੁੰਦੇ ਹੈਗੇ ਪਰਾਗਕੋਸ਼ ਦੇ ਉੱਤੇ, ਠੀਕ ਆ। ਅੰਡਾਣੂ ਕਿਹਦੇ ਵਿੱਚ ਹੁੰਦੇ ਹੈਗੇ ਅੰਡਕੋਸ਼ ਦੇ ਵਿੱਚ, ਠੀਕ ਆ। ਅੰਡਕੋਸ਼ ਦੇ ਵਿੱਚ, ਠੀਕ ਆ। ਆਹ ਚੀਜ਼ ਬਣਾ ਰਿਹਾ ਮੈਂ, ਠੀਕ ਆ। ਅੰਡਕੋਸ਼ ਹੁੰਦਾ ਜਿਹੜਾ, ਠੀਕ ਆ। ਅੰਡਕੋਸ਼ ਬਣਾ ਰਿਹਾ ਇਸ ਤਰ੍ਹਾਂ ਹੁੰਦਾ ਹੈਗਾ, ਠੀਕ ਆ। ਥੋੜਾ ਜਿਹਾ ਇਸ ਤਰ੍ਹਾਂ ਜਿਹਾ ਹੁੰਦਾ ਹੈ, ਇਹਦੇ ਨਾਲ ਹੀ ਹੁੰਦਾ ਬਿਲਕੁਲ, ਇਸਦੇ ਨਾਲ ਐਵੇਂ ਆਉਂਦਾ ਹੁੰਦਾ ਤੇ ਉੱਪਰ ਕੀ ਹੁੰਦਾਗਾ ਠੀਕ ਆ। ਹੁਣ ਆਪਾਂ ਕੀ ਆ ਅੰਡਕੋਸ਼ ਬਣਾਇਆਗਾ। ਹੁਣ ਅੰਡਕੋਸ਼ ਹੁੰਦਾ ਜਿਹੜਾ ਇਹਨੂੰ ਅੰਡਕੋਸ਼ ਬਣਾਇਆ, ਠੀਕ ਆ। ਅੰਡਕੋਸ਼ ਦੇ ਵਿੱਚ ਕੀ ਹੁੰਦਾਗਾ ਬੀਜ ਅੰਡ ਹੁੰਦੇ ਆ, ਕੀ ਹੁੰਦੇ ਆਗੇ ਬੀਜ ਅੰਡ, ਆਹ ਕੀ ਹੁੰਦੇ ਆ ਬੀਜ ਅੰਡ, ਠੀਕ ਆ। ਬੀਜ ਆਹ ਕੀ ਆ ਅੰਡਕੋਸ਼ ਹੈਗਾ ਜਿਹੜਾ ਆਹ ਬਣਾਇਆ ਅੰਡਕੋਸ਼, ਠੀਕ ਆ। ਅੰਡਕੋਸ਼ ਦੇ ਵਿੱਚ ਕੀ ਹੁੰਦੇ ਆ ਬੀਜ ਅੰਡ, ਬੀਜ ਅੰਡ, ਠੀਕ ਆ। ਬੀਜ ਅੰਡ ਦੇ ਵਿੱਚ ਕੀ ਹੁੰਦੇ ਆ ਅੰਡੇ ਜਾਂ ਅੰਡਾਂ ਨੂੰ ਕਹਿੰਦੇ ਆ, ਠੀਕ ਆ। ਅੰਡਾ, ਠੀਕ ਆ। ਹੁਣ ਦੇਖੋ ਪੁਕੇਸਰ ਕਿਹਦੇ ਉੱਤੇ ਹੁੰਦਾ ਪਰਾਗਕਣ ਤੇ, ਹਨਾ। ਪਰਾਗਕਣ ਤੋਂ ਇਹਨੇ ਕਿੱਥੇ ਪਹੁੰਚਣਾ ਹੁੰਦਾ ਅੰਡਕੋਸ਼ ਦੇ ਵਿੱਚ ਪਹੁੰਚਣਾ ਹੁੰਦਾ, ਕਿਉਂਕਿ ਇਹਨੇ ਕਿਹਦੇ ਨਾਲ ਮਿਲਣਾ ਹੁੰਦਾ ਅੰਡਾਣੂ ਨਾਲ ਜਾਂ ਅੰਡੇ ਨਾਲ ਮਿਲਣਾ ਹੁੰਦਾ। ਤਾਂ ਅੰਡਾਣੂ ਕਿਹਦੇ ਵਿੱਚ ਹੁੰਦਾਗਾ ਅੰਡਕੋਸ਼ ਦੇ ਵਿੱਚ ਬੀਜ ਅੰਡ ਹੁੰਦਾ, ਬੀਜ ਅੰਡ ਵਿੱਚ ਆਂਡਾ ਹੁੰਦਾ, ਠੀਕ ਆ। ਤਾਂ ਬੀਜ ਅੰਡ ਵਿੱਚ ਕੀ ਹੁੰਦਾਗਾ ਆਂਡਾ ਹੁੰਦਾ, ਇਹਦੇ ਵਿੱਚ ਹੁੰਦਾ, ਜਿਵੇਂ ਇਹਦੇ ਵਿੱਚ ਆਏ ਹੋਗੇ ਤਾਂ ਇਹਦੇ ਵਿੱਚ ਆਂਡਾ ਹੁੰਦਾ, ਠੀਕ ਆ। ਤਾਂ ਇਹਦੇ ਵਿੱਚ ਬੀਜ ਅੰਡ ਵਿੱਚ ਆਂਡਾ ਹੁੰਦਾ, ਤਾਂ ਇਹਨੇ ਕਿੱਥੇ ਪਹੁੰਚਣਾ ਹੁੰਦਾ ਬੀਜ ਅੰਡ ਦੇ ਵਿੱਚ ਪਹੁੰਚਣਾ ਹੁੰਦਾ, ਕਿਹਨੇ ਪਰਾਗਕਣ ਨੇ। ਪਰਾਗਕਣ ਕਿਹਦੇ ਹੁੰਦਾ ਪਰਾਗਕੋਸ਼ ਤੇ ਹੁੰਦਾ, ਠੀਕ ਆ। ਹੁਣ ਦੇਖੋ ਕਈ ਵਾਰ ਤਾਂ ਜਿਹੜਾ ਹੁੰਦਾਗਾ ਪਰਾਗਕਣ ਹੁੰਦਾਗਾ, ਠੀਕ ਆ। ਕਿਹਦੇ ਨਾਲ ਮਿਲਣਾ ਹੁੰਦਾ ਨੇ ਅੰਡੇ ਨਾਲ, ਠੀਕ ਆ। ਆਉਰੇ ਮੈਂ ਲਿਖ ਦਿੰਦਾ ਪਰਾਗਕਣ ਨੇ ਕਿਹਦੇ ਨਾਲ ਮਿਲਣਾ ਹੁੰਦਾ ਅੰਡੇ ਨਾਲ ਮਿਲਣਾ ਹੁੰਦਾ, ਠੀਕ ਆ। ਫੇਰ ਹੀ ਕੀ ਹੋਊਗੀ ਪੈਦਾ ਸੰਤਾਨ ਪੈਦਾ ਹੋਊਗੀ, ਠੀਕ ਆ। ਹੁਣ ਇਹ ਸੰਤਾਨ ਪੈਦਾ ਕਰਨ ਲਈ ਹੁੰਦਾ ਕੀ ਹੈਗਾ ਕਈ ਵਾਰੀ ਤਾਂ ਕੀ ਆ ਪਰਾਗਕਣ ਹੁੰਦਾ ਜਿਹੜਾ ਉਹ ਆਪਦੇ ਜਿਹੜੇ ਫੁੱਲ ਹੁੰਦਾਗਾ ਉਸੇ ਦੇ ਅੰਡਾਣੂ ਤੇ ਜਾਂਦਾ ਹੁੰਦਾ, ਠੀਕ ਆ। ਮਤਲਬ ਕਿ ਇੱਕੋ ਫੁੱਲ ਦੇ ਵਿੱਚ ਇੱਕੋ ਫੁੱਲ ਤੇ ਹੁੰਦੀ ਆ ਕਿਰਿਆ ਇਹ ਸਾਰੀ, ਇੱਕ ਫੁੱਲ ਤੇ, ਠੀਕ ਆ। ਇੱਕੋ ਫੁੱਲ ਦੇ ਪਰਾਗਕੋਸ਼ ਤੋਂ, ਠੀਕ ਆ, ਪਰਾਗਕਣਾਂ ਦਾ ਅੰਡਕੋਸ਼ ਤੱਕ ਜਾਣਾ ਉਹਨੂੰ ਕੀ ਕਹਿੰਦੇ ਹੈਗੇ ਸਵੈ ਪਰਾਗਣ, ਕੀ ਕਹਿੰਦੇ ਆ ਸਵੈ ਪਰਾਗਣ, ਠੀਕ ਆ। ਸਵੈ ਪਰਾਗਣ ਮਤਲਬ ਕੀ ਤੇ ਇੱਕ ਫੁੱਲ ਤੇ ਹੁੰਦਾ, ਠੀਕ ਆ। ਜਦੋਂ ਕੀ ਆ ਜੇ ਜਿਹੜੇ ਪਰਾਗਕੋਸ਼ ਤੇ ਕੀ ਹੁੰਦੇ ਆ ਪਰਾਗਕਣ ਹੁੰਦੇ ਆ, ਕੀ ਹੁੰਦੇ ਆਗੇ ਪਰਾਗਕਣ ਹੁੰਦੇ ਆ ਪਰਾਗਕੋਸ਼ ਦੇ ਉੱਤੇ, ਠੀਕ ਆ। ਇਹ ਕਿਹੜੇ ਰੰਗ ਦੇ ਹੁੰਦੇ ਆ ਪੀਲੇ ਰੰਗ ਦੇ ਹੁੰਦੇ ਆ ਨਾ। ਤਾਂ ਇਹ ਜੇ ਇੱਕੋ ਫੁੱਲ ਤੇ ਜਾਣ ਉਸੇ ਫੁੱਲ ਦੇ ਅੰਡਕੋਸ਼ ਵਿੱਚ ਜਾਣ, ਠੀਕ ਹੈ। ਜਿਵੇਂ ਆਹੀ ਫੁੱਲ ਹੈਗਾ ਤਾਂ ਇਹਨੂੰ ਕੀ ਕਹਾਂਗੇ ਸਵੈ ਪਰਾਗਣ, ਠੀਕ ਆ। ਜੇ ਇੱਕ ਫੁੱਲ ਹੋਰ ਹੋਵੇ ਇਹ ਜਾਂ ਮੰਨ ਲਓ ਆ ਉਹਨੇ ਫੁੱਲ ਆ, ਠੀਕ ਆ। ਇਹਦਾ ਕੀ ਆ ਅੰਡਕੋਸ਼ ਹੈਗਾ ਫੁੱਲ ਦਾ, ਠੀਕ ਆ। ਜੇ ਇਹਦੇ ਪਰਾਗਕਣ ਨੇ ਜਿਹੜੇ ਪਰਾਗਕੋਸ਼ ਤੋਂ ਦੂਜੇ ਦੇ ਬੀਜ ਅੰਡ ਵਿੱਚ ਜਾਣ, ਠੀਕ ਆ, ਦੂਜੇ ਫੁੱਲ ਦੇ ਮਤਲਬ ਕਿ ਦੋ ਫੁੱਲਾਂ ਵਿੱਚ ਹੋਵੇ ਜੀ, ਠੀਕ ਆ। ਜੇ ਦੋ ਫੁੱਲਾਂ ਦੂਜੇ ਫੁੱਲ ਤੇ ਜਾਣ ਤਾਂ ਉਹਨੂੰ ਕੀ ਕਹਿੰਦੇ ਹੈਗੇ ਪਰ ਪਰਾਗਣ, ਪਰ ਪਰਾਗਣ, ਠੀਕ ਆ। ਮਤਲਬ ਲੱਗ ਗਿਆ ਹੁਣ ਤੁਹਾਨੂੰ ਪਤਾ ਵੀ ਪਰਾਗਕਣਾਂ ਦਾ ਉਸੇ ਦੇ ਬੀਜ ਅੰਡ ਤੱਕ ਜਾਣਾ, ਠੀਕ ਹੈ, ਗਤੀ ਕਰਨਾ, ਬਹਿਨ ਹੋਣਾ, ਉਹਨੂੰ ਕੀ ਕਹਿੰਦੇ ਸਵੈ ਪਰਾਗਣ। ਜੇ ਇੱਕ ਫੁੱਲ ਤੋਂ ਦੂਜੇ ਫੁੱਲ ਤੇ ਜਾਣ ਪਰਾਗਕਣ
ਤਾਂ ਹੁਣ ਦੋ ਫੁੱਲਾਂ ਤੇ ਹੋ ਗਏ, ਤਾਂ ਹੁਣ ਕੀ ਕਹਿੰਦੇ ਆ ਪਰ ਪਰਾਗਣ। ਠੀਕ ਹੈ, ਇਹ ਗੱਲ ਤਾਂ ਪਤਾ ਲੱਗ ਗਈ ਹੋਣੀ। ਉਸ ਤੋਂ ਬਾਅਦ ਦੇਖੋ ਹੁਣ ਜਾਂਦੇ ਕਿਵੇਂ ਨੇ। ਠੀਕ ਆ, ਜੇ ਦੋ ਫੁੱਲਾਂ ਤੇ ਕਿਵੇਂ ਜਾਊਗਾ, ਜਿਵੇਂ ਤਿਤਲੀ ਆ ਇੱਕ ਫੁੱਲ ਤੇ ਬੈਠੀ, ਪਰਾਗਣ ਉਹਦੀ ਲੱਤ ਨਾਲ ਲੱਗ ਗਏ, ਠੀਕ ਆ, ਤਾਂ ਉਹ ਜਾ ਕੇ ਦੂਜੇ ਫੁੱਲ ਤੇ ਬਹਿ ਗਈ, ਤਾਂ ਕੀ ਹੈਗਾ ਉਹਦੇ ਵਿੱਚ ਕੀ ਹੋਊਗਾ, ਉਹ ਪਰ ਪਰਾਗਣ ਦੀ ਕਿਰਿਆ ਕਰ ਜੂ। ਠੀਕ ਆ, ਕਿਉਂਕਿ ਪਰਾਗਣ ਉਹਦੀ ਲੱਤ ਨਾਲ ਲੱਗ ਕੇ ਕੀ ਚ ਵਗ ਗਿਆ, ਦੂਜੇ ਦੇ ਫੁੱਲ ਦੇ ਅੰਡਕੋਸ਼ ਵਿੱਚ ਵਗ ਗਿਆ। ਠੀਕ ਆ, ਤਾਂ ਇਹ ਫੁੱਲਾਂ ਦੁਆਰਾ ਹੋ ਸਕਦਾ ਗਾ ਪਰ ਪਰਾਗਣ, ਹਵਾ ਦੁਆਰਾ ਹੋ ਸਕਦਾ ਗਾ, ਪਾਣੀ ਦੁਆਰਾ ਹੋ ਸਕਦਾ। ਠੀਕ ਆ, ਇਹ ਗੱਲ ਆ ਗਈ। ਉਸ ਤੋਂ ਬਾਅਦ ਦੇਖੋ ਕੀ ਹੈਗਾ, ਇਹ ਆ ਕਿ ਪਰ ਪਰਾਗਣ ਤੇ ਸਵੈ ਪਰਾਗਣ। ਠੀਕ ਆ, ਹੁਣ ਇਹ ਜਾਂਦਾ ਕਿਵੇਂ ਆ। ਠੀਕ ਆ, ਮੰਨ ਲਓ ਜਿਹੜਾ ਪਰਾਗਕਣ ਆ, ਠੀਕ ਆ, ਪਰਾਗਕਣ ਪਰਾਗ ਕੋਸ਼ ਤੋਂ ਉਹਦੇ ਫੁੱਲ ਦੇ ਕਿਤੇ ਜਾਊਗਾ, ਪਹਿਲਾਂ ਸਟਿਗਮਾ ਦੇ ਉੱਤੇ ਜਾਊਗਾ। ਠੀਕ ਆ, ਇੱਥੋਂ ਮੰਨ ਲਓ ਇਹਦੇ ਉੱਤੇ ਆ ਕੀ ਨੇ, ਪਰਾਗਕਣ ਨੇ। ਠੀਕ ਆ, ਪਰਾਗਕਣ ਉੱਡ ਕੇ ਕਿਹਦੇ ਉੱਤੇ ਆ ਗਏ, ਇਹਦੇ ਉੱਤੇ ਆ ਗਏ, ਕਿਹਦੇ ਉੱਤੇ, ਸਟਿਗਮਾ। ਠੀਕ ਆ, ਹੁਣ ਸਟਿਗਮਾ ਆਹ ਉਰੇ ਆਪਾਂ ਉਰੇ ਬਣਾ ਲੈਂਦੇ ਆ। ਠੀਕ ਆ, ਸਟਿਗਮਾ। ਠੀਕ ਆ, ਜਾਂ ਘੂਰੀ ਬਣਾਈਏ। ਠੀਕ ਆ, ਮੰਨ ਲਓ ਚਲੋ ਇੱਥੇ ਬਣਾ ਲੈਂਦੇ ਆ, ਜਿਵੇਂ ਉਰੇ ਆ ਗਿਆ। ਠੀਕ ਆ, ਪਰਾਗਕਣ ਕੀ ਆ ਗਿਆ, ਉਰੇ ਆ ਗਿਆ। ਠੀਕ ਆ, ਤਾਂ ਉਰੇ ਆ ਜਾਊਗਾ ਕਿਹਦੇ ਉੱਤੇ, ਸਟਿਗਮਾ ਦੇ ਉੱਤੇ। ਸਟਿਗਮਾ ਦੇ ਉੱਤੇ ਆ ਕੇ ਕੀ ਕਰ ਲੈਂਦਾ ਇਹ, ਉਰੋਂ ਪੈਪ ਇਹ ਤੋਂ ਵਿਕਸਿਤ ਹੋ ਜਾਂਦੀ ਆ। ਕੀ ਹੋ ਜਾਂਦੀ ਆ, ਪੈਪ। ਠੀਕ ਆ, ਇਹਨੂੰ ਥੋੜੇ ਜਿਹੀ ਪੈਪ ਨੂੰ ਲੰਬੀ ਬਣਾਓ। ਠੀਕ ਆ, ਆਹ ਸਟਾਈਲ ਆ ਗਿਆ। ਠੀਕ ਆ, ਤਾਂ ਇਹ ਜਿਹੜਾ ਆਪਣੇ ਕੋਲ ਪਰਾਗਕਣ ਆ, ਪਰਾਗਕਣ ਤੋਂ ਇੱਕ ਪੈਪ ਵਿਕਸਿਤ ਹੋ ਜਾਂਦੀ ਆ। ਠੀਕ ਆ, ਤਾਂ ਆਪਣੇ ਕੋਲ ਇਸ ਤਰ੍ਹਾਂ ਹੁੰਦਾ ਗਾ। ਠੀਕ ਆ, ਤਾਂ ਇਹਦੇ ਵਿੱਚੋਂ ਪੈਪ ਵਿਕਸਿਤ ਹੋ ਗਈ ਪਰਾਗਕਣ ਦੇ ਵਿੱਚੋਂ। ਠੀਕ ਆ, ਇਹ ਪੈਪ ਵਿਕਸਿਤ ਹੋ ਕੇ ਕਿਹਦੇ ਵਿੱਚ ਵਗ ਜਾਂਦੀ ਹੈਗੀ, ਇਹ ਬੀਜੰਡ ਦੇ ਵਿੱਚ ਵਗ ਜਾਂਦੀ ਆ। ਠੀਕ ਆ, ਇੱਥੋਂ ਪੈਪ ਵਿਕਸਿਤ ਹੋਈ, ਆ ਦੇਖੋ। ਠੀਕ ਆ, ਇਹ ਪੈਪ ਵਿੱਚ ਵਿਕਸਿਤ ਹੋ ਜਾਂਦੀ ਹੈਗੀ। ਠੀਕ ਆ, ਇਹ ਪੈਪ ਦੇ ਰਾਹੀਂ ਕੀ ਹੈਗਾ, ਇਹਦੇ ਵਿੱਚ ਪਰਾਗਕਣ ਇਹ ਪੈਪ ਵਿੱਚ ਡਿੱਗ ਪੈਂਦਾ। ਠੀਕ ਆ, ਪੈਪ ਕਿਹਦੇ ਵਿੱਚ ਵਿਕਸਿਤ, ਕਿਹਦੇ ਉੱਤੇ ਵਿਕਸਿਤ ਹੋਈ, ਸਟਿਗਮਾ ਦੇ ਵਿੱਚ। ਕਿਹਦੇ ਵਿੱਚੋਂ ਦੀ, ਸਟਾਈਲ ਵਿੱਚ ਦੀ ਜਾਂਦੀ ਹੋਈ, ਆ ਦੇਖੋ ਆ ਸਟਾਈਲ ਹੈਗਾ। ਠੀਕ ਆ, ਸਟਾਈਲ ਵਿੱਚੋਂ ਦੀ ਹੁੰਦੀ ਹੋਈ ਕਿਹਦੇ ਵਿੱਚ ਜਾ ਗਈ, ਅੰਡਕੋਸ਼ ਦੇ ਵਿੱਚ। ਠੀਕ ਆ, ਤਾਂ ਇਹ ਪੈਪ ਦੇ ਵਿੱਚ, ਆਪਦੀ ਪੈਪ ਦੇ ਵਿੱਚ ਹੀ ਡਿੱਗ ਜਾਂਦਾ ਪਰਾਗਕਣ। ਠੀਕ ਆ, ਡਿੱਗ ਕੇ ਇਹ ਕਹਿੰਦਾ ਗਾ ਅੰਡਕੋਸ਼ ਦੇ ਵਿੱਚ। ਠੀਕ ਆ, ਅੰਡਕੋਸ਼ ਦੇ ਵਿੱਚ ਕੀ ਹੁੰਦਾ, ਬੀਜੰਡ। ਠੀਕ ਆ, ਤਾਂ ਮੰਨ ਲਓ ਆਹ ਬੀਜੰਡ ਨੇ, ਆ ਬੀਜੰਡ ਆ। ਠੀਕ ਆ, ਤਾਂ ਇਹ ਕਿਹਦੇ ਵਿੱਚ ਵਗ ਜੂ, ਬੀਜੰਡ ਦੇ ਵਿੱਚ ਵਗ ਜੂ। ਠੀਕ ਆ, ਬੀਜੰਡ ਦੇ ਵਿੱਚ ਕੀ ਹੁੰਦਾ ਹੈਗੇ, ਅੰਡੇ ਹੁੰਦੇ ਹੈਗੇ। ਠੀਕ ਆ, ਤਾਂ ਇਹ ਅੰਡੇ ਨਾਲ ਮਿਲ ਜੂਗਾ। ਠੀਕ ਆ, ਤਾਂ ਜਦੋਂ ਅੰਡੇ ਨਾਲ ਮਿਲ ਗਿਆ ਇਹ, ਠੀਕ ਆ, ਤਾਂ ਕੀ ਹੈਗਾ ਜਿਹੜਾ ਬੀਜ ਜਿਵੇਂ ਇਹਦੇ ਵਿੱਚ ਆ ਗਿਆ। ਠੀਕ ਆ, ਉਰੋਂ ਦੀ ਜਾ ਕੇ ਪਰਾਗਕਣ ਇਹਦੇ ਵਿੱਚ ਵਗ ਗਿਆ, ਕਿਹਦੇ ਵਿੱਚ, ਬੀਜੰਡ ਦੇ ਵਿੱਚ। ਠੀਕ ਆ, ਅੰਡਕੋਸ਼ ਦੇ ਵਿੱਚ ਤਾਂ ਆਈ ਆਇਆ, ਅੰਡਕੋਸ਼ ਵਿੱਚ ਜਿਹੜਾ ਬੀਜੰਡ ਹੁੰਦਾ ਉਹਦੇ ਵਿੱਚ ਗਿਆ। ਠੀਕ ਆ, ਤਾਂ ਜਦੋਂ ਬੀਜੰਡ ਵਿੱਚ ਗਿਆ, ਠੀਕ ਆ, ਤਾਂ ਕੀ ਹੋਇਆ, ਜਿਹੜਾ ਬੀਜੰਡ ਸੀਗਾ, ਠੀਕ ਆ, ਇਹ ਕਠੋਰ ਪਰਤ ਬਣ ਜਾਂਦੀ ਹੈ ਬੀਜੰਡ ਦੀ। ਕੀ ਬਣ ਜਾਂਦੀ ਹੈ, ਕਠੋਰ ਪਰਤ। ਠੀਕ ਆ, ਬੀਜੰਡ ਦੀ ਕੀ ਬਣ ਜਾਂਦੀ ਹੈ, ਕਠੋਰ ਪਰਤ ਬਣ ਜਾਂਦੀ ਆ, ਜਿਹੜੇ ਬਾਅਦ ਵਿੱਚ ਕੀ ਬਣ ਜਾਂਦਾ, ਇਹਦਾ ਦੋਨਾਂ ਦਾ ਮਿਲ ਕੇ ਕੀ ਬਣ ਜਾਂਦਾ, ਬੀਜ ਬਣ ਜਾਂਦਾ। ਕੀ ਬਣ ਜਾਂਦਾ, ਬੀਜ। ਠੀਕ ਆ, ਕਠੋਰ ਪਰਤ ਦੇ ਵਿੱਚ ਕੌਣ ਵਿਕਸਿਤ ਹੁੰਦਾ, ਬੀਜ ਅੰਡ। ਠੀਕ ਆ, ਜਿੱਦਾਂ ਬੀਜੰਡ ਕਠੋਰ ਪਰਤ ਬਣਾ ਦਿੰਦਾ, ਕਿਹਦੇ ਆਲੇ ਦੁਆਲੇ, ਜਿਹੜਾ ਅੰਡਾ ਤੇ ਪਰਾਗਕਣ ਮਿਲੇ ਹੁੰਦੇ ਆ ਇਹਦੇ ਵਿੱਚ, ਉਹਦੇ ਆਲੇ ਦੁਆਲੇ ਕਠੋਰ ਪਰਤ ਬਣਾ ਦਿੰਦਾ, ਜਿਹੜਾ ਕੀ ਬਣ ਜਾਂਦਾ, ਜਿਹ ਤੋਂ ਬੀਜ ਬਣ ਜਾਂਦਾ। ਠੀਕ ਆ, ਬੀਜੰਡ ਤੋਂ। ਉਸ ਤੋਂ ਬਾਅਦ ਕੀ ਹੈਗਾ, ਜਿਹੜਾ ਅੰਡਕੋਸ਼ ਹੁੰਦਾ ਗਾ, ਇਹਦੇ ਵਿੱਚ ਵੀ ਵਿਭਾਜਨ ਸ਼ੁਰੂ ਹੋ ਜਾਂਦਾ। ਠੀਕ ਆ, ਸੈੱਲ ਵਧਣ ਲੱਗ ਜਾਂਦੇ ਹੈਗੇ, ਤਾਂ ਇਹ ਵੀ ਵਿਕਸਿਤ ਹੋਣ ਲੱਗ ਜਾਂਦਾ। ਠੀਕ ਆ, ਜਿਹੜਾ ਅੰਡਕੋਸ਼ ਹੈਗਾ ਇਹ ਵਿਕਸਿਤ ਹੋ ਜਾਂਦਾ, ਵਧੀ ਜਾਂਦਾ ਰਹਿੰਦਾ ਗਾ। ਠੀਕ ਆ, ਤਾਂ ਇਹ ਕੀ ਬਣ ਜਾਂਦਾ, ਫਲ ਬਣ ਜਾਂਦਾ ਗਾ। ਠੀਕ ਆ, ਤਾਂ ਹੁਣ ਕੀ ਹੈਗਾ, ਜਿਵੇਂ ਅੰਡਕੋਸ਼ ਕੀ ਬਣ ਜਾਂਦਾ ਗਾ, ਫਲ ਬਣ ਜਾਂਦਾ। ਠੀਕ ਆ, ਤੇ ਬੀਜੰਡ ਕੀ ਬਣ ਜਾਂਦਾ ਗਾ, ਉਹਦੇ ਵਿੱਚ ਬੀਜ ਬਣ ਜਾਂਦਾ। ਠੀਕ ਆ, ਤਾਂ ਕਰਕੇ ਇਹਨੂੰ ਬੀਜੰਡ ਕਹਿੰਦੇ ਆ। ਬੀਜੰਡ ਕਿਉਂ ਕਹਿੰਦੇ, ਕਿਉਂਕਿ ਇਹ ਬੀਜ ਵਿੱਚ ਵਿਕਸਿਤ ਹੋ ਜਾਂਦਾ। ਠੀਕ ਆ, ਤਾਂ ਬੀਜ ਅੰਡ ਕਿਹਦੇ ਵਿੱਚ ਹੁੰਦਾ, ਅੰਡਕੋਸ਼ ਵਿੱਚ। ਅੰਡਕੋਸ਼ ਫਲ ਬਣ ਜਾਂਦਾ, ਬੀਜੰਡ ਕੀ ਬਣ ਜਾਂਦਾ, ਬੀਜ ਬਣ ਜਾਂਦਾ। ਠੀਕ ਆ, ਹੁਣ ਜਦੋਂ ਅੰਡਕੋਸ਼ ਫਲ ਵਧੀ ਗਿਆ, ਅੰਡਕੋਸ਼ ਤੋਂ ਫਲ, ਠੀਕ ਆ, ਵੱਡਾ ਹੋਈ ਗਿਆ, ਤਾਂ ਜਿਹੜੀਆਂ ਪੱਤੀਆਂ ਹੋਣਗੀਆਂ ਇਹ ਝੜ ਜਾਂਦੀਆਂ ਨੇ। ਠੀਕ ਆ, ਰੰਗਦਾਰ ਤੇ ਹਰੀਆਂ ਪੱਤੀਆਂ ਝੜ ਜਾਂਦੀਆਂ ਨੇਗੀਆਂ। ਠੀਕ ਆ, ਤਾਂ ਇਹਦੇ ਵਿੱਚ ਪ੍ਰਸ਼ਨ ਕਿਵੇਂ ਆ ਸਕਦਾ, ਵੀ ਇਸਤਰੀ ਕੇਸਰ ਦੇ ਭਾਗ ਲਿਖੋ, ਕੀ ਲਿਖਾਂਗੇ, ਸਟਿਗਮਾ, ਸਟਾਈਲ ਤੇ ਅੰਡਕੋਸ਼। ਠੀਕ ਆ, ਜੇ ਆਪਾਂ ਨੂੰ ਕਹਤਾ ਵੀ ਕੇਸਰ ਦੇ ਭਾਗ ਲਿਖੋ, ਠੀਕ ਆ, ਤਾਂ ਆਪਾਂ ਕਿਹੜੇ ਲਿਖਾਂਗੇ, ਪਰਾਗਕੋਸ਼ ਤੇ ਫਿਲਾਮੈਂਟ। ਠੀਕ ਆ, ਜੇ ਆਪਾਂ ਨੂੰ ਕਹਤਾ ਫੁੱਲ ਵਿੱਚ ਕੀ ਹੈਗਾ, ਫੁੱਲ ਵਿੱਚ ਕੀ ਹੈਗਾ, ਵੀ ਇਸਤਰੀ ਕੇਸਰ ਕਿਹੜਾ ਭਾਗ ਹੈਗਾ, ਮਾਦਾ ਜਨਨ ਭਾਗ ਹੈਗਾ। ਕਿਹੜਾ ਹੈਗਾ, ਮਾਦਾ ਜਨਨ ਭਾਗ। ਠੀਕ ਆ, ਜੇ ਆਪਾਂ ਨੂੰ ਪੁੱਛ ਲਿਆ ਫੁੱਲ ਵਿੱਚ ਕੇਸਰ ਕਿਹੜਾ ਭਾਗ ਹੈਗਾ, ਨਰ ਜਨਨ ਭਾਗ ਹੈਗਾ। ਠੀਕ ਆ, ਹੋਰ ਕੀ ਹੈਗਾ, ਤਾਂ ਫੁੱਲ ਜੇ ਫੁੱਲਾਂ ਵਾਲੇ ਪੌਦਿਆਂ ਵਿੱਚ ਜਨਨ ਕਿਹਦੇ ਵਿੱਚ ਹੁੰਦਾ, ਫੁੱਲ ਦੇ ਵਿੱਚ। ਠੀਕ ਆ, ਜਿਹੜੇ ਫੁੱਲਾਂ ਵਾਲੇ ਪੌਦੇ ਹੁੰਦੇ ਆ, ਫੁੱਲਾਂ ਵਾਲੇ ਪੌਦੇ, ਠੀਕ ਆ, ਇਹਨਾਂ ਵਿੱਚ ਜਨਨ ਕਿਹਦੇ ਵਿੱਚ ਹੁੰਦਾ ਹੈਗਾ, ਠੀਕ ਆ, ਫੁੱਲ ਵਿੱਚ। ਕਿਹਦੇ ਵਿੱਚ, ਫੁੱਲ ਵਿੱਚ।
ਠੀਕ ਆ। ਫੁੱਲੀ ਆ ਦੇਖੋ ਫੁੱਲ ਵਿੱਚ ਜਨਨ ਹੁੰਦਾਗਾ, ਠੀਕ ਆ। ਜਨਨ ਮਤਲਬ ਨਵੀਂ ਸੰਤਾਨ ਕਿਹਦੇ ਵਿੱਚ ਪੈਦਾ ਹੁੰਦੀ ਆ, ਫੁੱਲ ਵਿੱਚ, ਠੀਕ ਆ। ਤਾਂ ਇਹ ਆਪਾਂ ਇੰਪੋਰਟੈਂਟ ਸੀਗਾ, ਇੰਪੋਰਟੈਂਟ ਲੱਗਿਆ ਆਪਾਂ ਸਮਝਾਤਾ। ਆਸਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ, ਠੀਕ ਆ। ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ, ਠੀਕ ਆ। ਆਪਾਂ ਲਗਾਤਾਰ ਵੀਡੀਓ ਹੁਣ ਪਾਵਾਂਗੇ, ਤਾਂ ਸਾਨੂੰ ਸਪੋਰਟ ਜ਼ਰੂਰ ਕਰੋ। ਵੀਡੀਓ ਅੰਤ ਤੱਕ ਦੇਖਣ ਲਈ ਧੰਨਵਾਦ, ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਸ਼ੇਅਰ ਜ਼ਰੂਰ ਕਰੋ ਚੈਨਲ ਨੂੰ, ਠੀਕ ਆ। ਸਬਸਕ੍ਰਾਈਬਰ ਤੁਸੀਂ 180 ਕਰੇ, ਬਹੁਤ ਧੰਨਵਾਦ। ਹੋਰ ਵੀ ਵਧਾਓ, ਠੀਕ ਆ। ਵੀਡੀਓ ਅੰਤ ਤੱਕ ਦੇਖਣ ਲਈ ਧੰਨਵਾਦ, ਥੈਂਕ ਯੂ।